हाँ जी स्टूडेंट्स, सत श्री अकाल सब ਨੂੰ। ਆਈ ਸੋਨੀਆ ਅਰੋੜਾ ਵੈਲਕਮ ਯੂ ਆਲ। ਸਟਾਰਟ ਕਰਦੇ ਹਾਂ ਅੱਜ ਦੀ ਕਲਾਸ 1 ਜਿਸ 'ਚ ਅਸੀਂ ਕਰਨ ਜਾ ਰਹੇ ਹਾਂ ਸਬਜੈਕਟਿਵ ਪਾਰਟ। ਰਾਈਟ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ ਦੀ ਜੋ ਹੁਣ ਵੈਕੈਂਸੀਜ਼ ਆਊਟ ਹੋ ਚੁੱਕੀ ਹੈ 759 ਵੈਕੈਂਸੀਜ਼, ਜਿਸ 'ਚ 50 ਨੰਬਰ ਦੀ ਇੰਗਲਿਸ਼ ਅਤੇ 50 ਨੰਬਰ ਦੀ ਜੀਕੇ ਹੈ। ਰਾਈਟ, ਅਸੀਂ ਕਰ ਰਹੇ ਹਾਂ ਇੰਗਲਿਸ਼ ਦੀ ਪ੍ਰੈਪਰੇਸ਼ਨ, ਜਿਸ 'ਚ 20 ਨੰਬਰ ਸਾਡੇ ਆਬਜੈਕਟਿਵ ਕੁਐਸਚਨ ਹੋਣਗੇ, ਐਮਸੀਕਿਊਜ਼ ਹੋਣਗੇ, ਜਿੱਦਾਂ ਕਿ PSSB ਚ ਐਕਸਾਈਜ਼ ਚ ਬਾਕੀ ਐਗਜ਼ਾਮ ਚ ਦੇਖਣ ਨੂੰ ਆਪਾਂ ਨੂੰ ਮਿਲਦੇ ਆ ਸੇਮ। ਉੱਥੇ 15 ਨੰਬਰ ਦੀ ਇੰਗਲਿਸ਼ ਹੋਊਗੀ, ਇੱਥੇ 20 ਨੰਬਰ ਦੀ ਹੋਊਗੀ। ਰਾਈਟ, ਬਟ ਜਿਹੜਾ 30 ਨੰਬਰ ਦਾ ਦੂਸਰਾ ਸੈਕਸ਼ਨ ਹੈ ਸਬਜੈਕਟਿਵ, ਉਹਦੇ ਚ 30 ਵਿੱਚੋਂ ਅਸੀਂ ਅੱਛਾ ਕਿਵੇਂ ਸਕੋਰ ਕਰ ਸਕਦੇ ਹਾਂ, 30 ਵਿੱਚੋਂ ਕਿਵੇਂ ਮਾਰਕਸ ਲੈ ਸਕਦੇ ਹਾਂ, ਉਹ ਸਾਨੂੰ ਦੇਖਣਾ ਪਏਗਾ। ਰਾਈਟ, ਬਿਕੋਜ਼ ਇਹ ਕਾਫੀ ਮੇਜਰ ਸੈਕਸ਼ਨ ਹੈ ਔਰ ਜਿਹੜਾ ਵੀ ਇਹ ਸਬਜੈਕਟਿਵ ਪਾਰਟ ਹੈ, ਇਹ ਸਾਰਾ ਦਾ ਸਾਰਾ ਆਬਜੈਕਟਿਵ ਦੇ ਉੱਪਰ ਵੀ ਬੇਸਡ ਹੋਏਗਾ। ਕਿਵੇਂ ਜੀ? ਦੇਖੋ, ਜੇ ਸਾਨੂੰ ਆਹ ਵਾਲਾ ਪੋਰਸ਼ਨ ਆਂਦਾ ਹੋਏਗਾ, ਲਾਈਕ ਅਸੀਂ ਗ੍ਰਾਮਰ ਦੇ ਬੇਸਿਕ ਰੂਲ ਸਮਝੇ ਹੋਣਗੇ, ਸਾਨੂੰ ਟ੍ਰਾਂਸਲੇਸ਼ਨ ਕਰਨੀ ਆਂਦੀ ਹੋਊਗੀ, ਸਾਡੀ ਵੋਕੈਬ ਸਟਰੋਂਗ ਹੋਊਗੀ, ਤਾਂ ਹੀ ਤੁਸੀਂ ਇਸ ਪੇਪਰ ਵਿੱਚ ਅੱਛਾ ਸਕੋਰ ਕਰ ਸਕਦੇ ਹੋ। ਤਾਂ ਹੀ ਸਬਜੈਕਟਿਵ ਪੇਪਰ ਵਿੱਚ ਅਸੀਂ ਪੈਰਾਗ੍ਰਾਫ ਲਿਖ ਪਾਵਾਂਗੇ, ਲੈਟਰ ਲਿਖ ਪਾਵਾਂਗੇ, ਟ੍ਰਾਂਸਲੇਸ਼ਨਸ ਕਰ ਪਾਵਾਂਗੇ, ਪ੍ਰੈਸਿਸ ਨੂੰ ਕਰ ਪਾਵਾਂਗੇ ਸੋਲਵ, ਤਾਂ ਹੀ ਹੋਊਗਾ ਜਦੋਂ ਸਾਨੂੰ ਇਹ ਚੀਜ਼ਾਂ ਆਂਦੀਆਂ ਹੋਣਗੀਆਂ। ਇੱਥੇ ਅਸੀਂ ਕਰਾਂਗੇ ਗ੍ਰਾਮਰ ਦੇ ਸਾਰੇ ਬੇਸਿਕ ਰੂਲਸ। ਰਾਈਟ, ਵੋਕੈਬ ਤੇ ਕੰਮ ਕਰਾਂਗੇ। ਜੇ ਇਹ ਦੋਨੋਂ ਸਟਰੋਂਗ ਕਰ ਲੋਗੇ ਤਾਂ ਵੀ ਇਸ 'ਚ ਬਹੁਤ ਜ਼ਿਆਦਾ ਹੈਲਪ ਮਿਲ ਜੂਗੀ। ਸੋ ਦੋਨੋਂ ਇੱਕ ਦੂਜੇ ਨਾਲ ਬਹੁਤ ਵਧੀਆ ਤਰੀਕੇ ਨਾਲ ਕਨੈਕਟਡ ਨੇ, ਪੂਰੇ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਕਨੈਕਟਡ ਨੇ, ਤਾਂ ਹੀ ਇਹ ਪੇਪਰ ਏਦਾਂ ਰੱਖਿਆ ਹੋਇਆ। ਠੀਕ ਹੈ, ਹੁਣ ਤੁਸੀਂ ਕਰਨਾ ਕੀ ਹੈ? ਦੇਖੋ, ਕਰਨਾ ਕੀ ਹੈ, ਤੁਹਾਨੂੰ ਟਾਈਪਿੰਗ ਆਣੀ ਜ਼ਰੂਰੀ ਹੈ। ਟਾਈਪਿੰਗ ਸ਼ੁਰੂ ਕਰ ਲਓ ਹੁਣੇ ਨਾਲ ਹੀ। ਜਿਹੜਾ ਕੰਮ ਕਲਾਸ 'ਚ ਕਰੋਗੇ, ਜਿਹੜਾ ਵੀ ਕੰਮ ਕਲਾਸ 'ਚ ਕਰੋਗੇ, ਉਹਨੂੰ ਹੀ ਤੁਸੀਂ ਸਾਹਮਣੇ ਨੋਟਬੁੱਕ ਰੱਖ ਕੇ ਰਿਵਾਈਜ਼ ਕਰਕੇ ਆਪਣੀ ਟਾਈਪਿੰਗ ਕਰੋ। ਉਸੇ ਕੰਮ ਨੂੰ ਸਾਹਮਣੇ ਰੱਖੋ, ਉਹਦੇ ਨਾਲ ਤੁਹਾਡੇ ਕੰਮ ਦੀ ਰਿਵੀਜ਼ਨ ਵੀ ਹੋ ਜੂਗੀ, ਤੁਹਾਡਾ ਟਾਈਪਿੰਗ ਦਾ ਕੰਮ ਵੀ ਹੋ ਜੂਗਾ। ਰਾਈਟ, ਸੋ ਇਸ ਦਾ ਬੈਚ ਕੱਲ ਤੋਂ ਯਾਨੀ ਕਿ 7 ਅਗਸਤ ਤੋਂ ਇਸ ਦਾ ਪਹਿਲਾ ਕਲਾਸ ਸ਼ੁਰੂ ਹੋ ਚੁੱਕਿਆ ਹੈ। 7 ਅਗਸਤ ਤੋਂ ਯਾਨੀ ਕਿ ਕੱਲ ਹੀ ਅਸੀਂ ਇਹਦੇ ਤੇ ਕੰਮ ਕਰਨਾ ਸ਼ੁਰੂ ਕਰਤਾ, ਕਿਉਂਕਿ ਨੋਟੀਫਿਕੇਸ਼ਨ ਡੇਟ ਦੇ ਰੱਖੀ ਹੈ ਅਕਤੂਬਰ ਟੂ ਨਵੰਬਰ, ਕਿ ਜਿਹੜਾ ਐਗਜ਼ਾਮ ਹੈ ਅਕਤੂਬਰ ਜਾਂ ਨਵੰਬਰ ਵਿੱਚ ਹੋ ਸਕਦਾ ਹੈ। ਇਹਦਾ ਜ਼ਿਆਦਾਤਰ ਐਗਜ਼ਾਮ ਨਵੰਬਰ ਵਿੱਚ ਹੁੰਦਾ ਹੈ, ਨਵੰਬਰ ਜਾਂ ਦਸੰਬਰ ਚ, ਬਟ ਆਪਾਂ ਨਵੰਬਰ ਲੈ ਕੇ ਚੱਲਦੇ ਹਾਂ ਤਾਂ ਸੋ ਦੈਟ ਕਿ ਆਪਾਂ ਵਧੀਆ ਤਰੀਕੇ ਨਾਲ ਪਹਿਲਾਂ ਤਿਆਰੀ ਕਰ ਲਈਏ, ਫਿਰ ਆਪਾਂ ਰਿਵੀਜ਼ਨ ਕਰੀਏ ਐਂਡ ਪ੍ਰੈਕਟਿਸ ਕਰੀਏ। ਜਦੋਂ ਤੱਕ ਅਸੀਂ ਤਿਆਰੀ, ਰਿਵੀਜ਼ਨ, ਪ੍ਰੈਕਟਿਸ ਤਿੰਨਾਂ ਨੂੰ ਫੋਲੋ ਨਹੀਂ ਕਰਾਂਗੇ, ਅਸੀਂ ਅੱਛਾ ਸਕੋਰ ਨਹੀਂ ਕਰ ਸਕਦੇ। ਇਹਦੀ ਵੀ ਨਾਲ ਰਿਵੀਜ਼ਨ ਕਰੋ, ਪ੍ਰੈਕਟਿਸ ਕਰੋ, ਐਮਸੀਕਿਊਜ਼ ਲਾਓ, ਬਹੁਤ ਸਾਰੇ 20 ਨੰਬਰ ਕਰੈਕ ਕਰਨੇ ਆ। ਗ੍ਰਾਮਰ ਚ ਵੀ ਜਦੋਂ ਆਣਗੇ 10 ਨੰਬਰ ਦੀ ਗ੍ਰਾਮਰ ਆਂਦੀ ਹੈ ਤੇ 10 ਦੀ ਵੋਕੈਬ ਪੁੱਛਦੇ ਆ ਇਹਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ 30 ਨੰਬਰ ਜਦੋਂ ਸਾਨੂੰ ਪਤਾ ਹੀ ਹੈ ਵੋਕੈਬ ਵੀ ਆਣੀ ਚਾਹੀਦੀ, ਗ੍ਰਾਮਰ ਦੇ ਰੂਲਸ ਵੀ ਆਣੇ ਚਾਹੀਦੇ। ਸੋ ਇਸ ਦਾ ਬੈਚ ਆਪਣੀ ਐਪਲੀਕੇਸ਼ਨ ਦੇ ਉੱਪਰ ਸਟਾਰਟ ਹੋ ਰੱਖਿਆ ਹੈ। ਬੈਸਟ ਕੰਟੈਂਟ ਦਾ ਦਾਵਾ ਕਰ ਦਿੱਤਾ ਜੀ ਤੁਹਾਨੂੰ। ਬਹੁਤ ਸਾਲ ਹੋ ਗਏ, 9 ਸਾਲ ਹੋ ਚੁੱਕੇ ਹੈ ਕੰਪੀਟੀਟਿਵ ਐਗਜ਼ਾਮਸ ਲਈ ਪੜ੍ਹਾਉਂਦੇ ਹੋਏ, ਪੰਜਾਬ ਐਗਜ਼ਾਮਸ ਨੂੰ ਪੜ੍ਹਾਉਂਦੇ ਹੋਏ, ਪੰਜਾਬ ਐਗਜ਼ਾਮਸ ਦੀ ਤਿਆਰੀ ਕਰਾਉਂਦੇ ਹੋਏ, ਤਾਂ ਬਹੁਤ ਸਾਰੇ ਪੇਪਰ ਦੇਖੇ ਹੋਏ ਆ, ਉਹਨਾਂ ਦਾ ਪੈਟਰਨ ਦੇਖਿਆ ਹੋਇਆ ਹੈ। ਸੋ ਇਸ ਚੀਜ਼ ਦਾ ਪ੍ਰੋਮਿਸ ਹੈ, ਐਸ਼ੋਰਡ ਹੈ ਕਿ ਬਹੁਤ ਦਿਲ ਲਗਾ ਕੇ ਕੰਮ ਕਰਾਂਗੇ ਇਸ 'ਚ ਬਹੁਤ, ਤੇ 50 ਚੋਂ 45 ਦਾ ਕਲੇਮ ਆਪਾਂ ਕਰ ਰਹੇ। ਬਸ ਜਿੰਨੀ ਮਿਹਨਤ ਅਸੀਂ ਕਰਾਂਗੇ ਉਨੀ ਤੁਹਾਨੂੰ ਵੀ ਕਰਨੀ। ਰਾਈਟ, ਕੱਲੇ ਸਾਡੇ ਪੜ੍ਹਾਉਣ ਨਾਲ, ਸਮਝਾਉਣ ਨਾਲ, ਬੈਸਟ ਕੰਟੈਂਟ ਦੇਣ ਨਾਲ, ਬੈਸਟ ਐਮਸੀਕਿਊਜ਼ ਦੇਣ ਨਾਲ ਨਹੀਂ ਕੁਝ ਬਣਨ ਵਾਲਾ। ਰਾਈਟ, ਇਹ ਬੈਚ ਸਟਾਰਟ ਕਰ ਸਕਦੇ ਹੋ ਤੁਸੀਂ ਵੈਲਿਡਿਟੀ ਐਗਜ਼ਾਮ ਤੱਕ। ਕੋਈ ਵੀ ਦਿੱਕਤ, ਕੋਈ ਵੀ ਸਮੱਸਿਆ WhatsApp ਨੰਬਰ ਤੇ ਕਾਲ ਕਰ ਲਓ ਜਾਂ ਮੈਸੇਜ ਕਰ ਲਓ। ਨਾਲ ਦੀਆਂ ਤੁਹਾਡਾ ਕੋਈ ਵੀ ਡਾਊਟ ਹੈ, ਕੋਈ ਵੀ ਡਿਸਕਸ਼ਨ ਕਰਨਾ ਚਾਹੁੰਦੇ ਹੋ ਤਾਂ ਗੱਲ ਕਰਕੇ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ। ਰਾਈਟ, ਠੀਕ ਹੈ। ਉਸ ਤੋਂ ਬਾਅਦ ਇਸ 'ਚ ਕੋਈ ਮੈਥ ਨਹੀਂ, ਕੋਈ ਇੰਗਲਿਸ਼, ਕੋਈ ਜੀਕੇ ਨਹੀਂ, ਸੌਰੀ ਮੈਥ ਨਹੀਂ, ਕੋਈ ਰੀਜ਼ਨਿੰਗ ਨਹੀਂ, ਜੀਕੇ ਇੰਗਲਿਸ਼ ਤਾਂ ਆ ਹੀ ਰਹੇ ਹੈ। ਐਪਲੀਕੇਸ਼ਨ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ, ਸੋਨੀਆ ਅਰੋੜਾ। ਪਲੇ ਸਟੋਰ ਤੇ ਜਾ ਕੇ ਟਾਈਪ ਕਰੋ ਸੋਨੀਆ ਅਰੋੜਾ, ਇਹ ਵਾਲੀ ਐਪਲੀਕੇਸ਼ਨ ਦਿਖ ਜੂ, ਐਪ ਦਿਖ ਜੂਗੀ। ਜਦੋਂ ਐਪ ਡਾਊਨਲੋਡ ਕਰੋਗੇ ਸਟੂਡੈਂਟ ਲੌਗਇਨ ਕਰ ਲਓ। ਠੀਕ ਹੈ, ਸਟੂਡੈਂਟ ਲੌਗਇਨ ਕਰੋਗੇ, ਪੈਰੈਂਟ ਤੇ ਟਿਕ ਨਹੀਂ ਕਰਨਾ, ਪੈਰੈਂਟ ਤੇ ਨਹੀਂ ਕਰਨਾ, ਸਟੂਡੈਂਟ ਤੇ ਕਰਨਾ। ਬਾਕੀ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਲੱਗਦੀ ਹੈ, ਡਾਇਰੈਕਟ ਇਸ ਤੇ ਹਲੋ ਲਿਖ ਕੇ ਭੇਜ ਦਿਓ, ਤੁਹਾਨੂੰ ਬੈਚ ਦਾ, ਕੋਰਸ ਦਾ, ਐਪਲੀਕੇਸ਼ਨ ਦਾ ਲਿੰਕ ਨਾਲ ਦੀ ਨਾਲ ਉੱਥੇ ਪ੍ਰੋਵਾਈਡ ਕਰਵਾਇਆ ਜਾਊਗਾ। ਠੀਕ ਹੈ, ਸੋ ਚਲੋ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ। ਕੰਮ ਕਰਨ ਜਾ ਰਹੇ ਸੀ 30 ਨੰਬਰ ਦੇ ਸੈਕਸ਼ਨ ਤੇ। 30 ਨੰਬਰ ਬਹੁਤ ਬੜੀ ਮਤਲਬ ਬੜਾ ਨੰਬਰ ਹੈ। ਰਾਈਟ, ਚਲੋ ਇਹਨੂੰ ਇੱਕ ਵਾਰੀ ਪੜ੍ਹ ਲੈਂਦੇ ਆਪਾਂ, ਗੋ ਥਰੂ ਹੋ ਲੈਂਦੇ ਹਾਂ, ਉਸ ਤੋਂ ਬਾਅਦ ਇਹਦੀਆਂ ਦੋ ਲਾਈਨਸ ਦੀ ਆਪਾਂ ਟ੍ਰਾਂਸਲੇਸ਼ਨ ਕਰਾਂਗੇ। ਅੱਜ ਅਸੀਂ ਸਾਰੇ ਆਜ਼ਾਦ ਹਾਂ। ਅੱਜ ਅਸੀਂ ਸਾਰੇ ਆਜ਼ਾਦ ਹਾਂ। ਅੱਗੋਂ ਦੇਖੋ ਜੀ, ਇਹਦੀ ਫੁੱਲ ਟ੍ਰਾਂਸਲੇਸ਼ਨ ਆਪਾਂ ਨੂੰ ਕਰਨੀ ਪਊਗੀ, ਕਿਉਂਕਿ ਇਸੇ ਨਾਲ ਹੀ ਸਾਡਾ ਪੈਰਾਗ੍ਰਾਫ ਰਾਈਟਿੰਗ
ਤੇ ਲੈਟਰ ਰਾਈਟਿੰਗ ਸਾਡੀ ਹਰ ਇੱਕ ਚੀਜ਼ ਤੇ ਕਮਾਂਡ ਬਣ ਸਕਦੀ ਹੈ। ਠੀਕ ਹੈ, ਚਲੋ ਅੱਜ ਅਸੀਂ ਸਾਰੇ ਆਜ਼ਾਦ ਹਾਂ। ਦੇਸ਼ ਪਿਆਰ ਸਾਰੀਆਂ ਜ਼ਰੂਰੀ ਚੀਜ਼ਾਂ ਵਿੱਚੋਂ ਪ੍ਰਮੁੱਖ ਹੈ। ਏਦਾਂ ਦੀ ਟ੍ਰਾਂਸਲੇਸ਼ਨ ਆਉਂਦੀ ਹੈ ਤੇ ਏਦਾਂ ਦੇ ਪੈਸੇਜ ਆਉਂਦੇ, ਪੈਰਾਗ੍ਰਾਫ ਲਿਖੇ ਹੁੰਦੇ। ਠੀਕ ਹੈ, ਸਾਰੀਆਂ ਚੀਜ਼ਾਂ ਵਿੱਚੋਂ ਪ੍ਰਮੁੱਖ ਹੈ, ਮੇਨ ਹੈ। ਉਸ ਤੋਂ ਬਾਅਦ ਜੇ ਅਸੀਂ ਸਹੀ ਅਰਥਾਂ ਵਿੱਚ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਹਰ ਸਮੇਂ ਇਸ ਦੀ ਰੱਖਿਆ ਲਈ ਤਿਆਰ ਰਹਿਣ ਦੀ ਲੋੜ ਹੈ। ਇਹਦੀ ਸੁਰੱਖਿਆ ਸਾਨੂੰ ਹੀ ਕਰਨੀ ਪਏਗੀ। ਠੀਕ ਹੈ, ਸਾਨੂੰ ਆਪਣੇ ਦੇਸ਼ ਨਾਲ ਸੱਚਾ ਪਿਆਰ ਕਰਨਾ ਚਾਹੀਦਾ ਹੈ। ਗ੍ਰਾਮਰ ਦੇ ਰੂਲਸ ਆਉਂਦੇ ਆ ਤਾਂ ਹੀ ਟ੍ਰਾਂਸਲੇਸ਼ਨ ਹੋਊਗੀ। ਸਹੀ ਪ੍ਰੈਪੋਜੀਸ਼ਨ ਲਾਣੀ ਆਉਂਦੀ ਹੈ ਤਾਂ ਹੀ ਲਾਈਨ ਬਣਾ ਪਾਓਗੇ। ਕਲੀਅਰ, ਐਡਜੈਕਟਿਵ ਦੇ ਰੂਲਸ ਆਉਂਦੇ ਆ ਤਾਂ ਹੀ ਕੰਪੈਰੀਜ਼ਨ ਕਰ ਪਾਓਗੇ। ਮਤਲਬ ਲੈ ਦੇ ਕੇ ਸਾਰਾ ਗ੍ਰਾਮਰ ਵਕੈਬ ਦੋਨਾਂ ਦੇ ਬੇਸਡ ਹੈ। ਠੀਕ ਹੈ, ਸਿਪਾਹੀਆਂ ਅੰਦਰ ਤਾਂ ਦੇਸ਼ ਪਿਆਰ ਦਾ ਜੋਸ਼ ਵੱਖਰੀ ਕਿਸਮ ਦਾ ਹੁੰਦਾ ਹੈ। ਵਿਦੇਸ਼ਾਂ ਵਿੱਚ ਵੀ ਅਧਿਆਪਕਾਂ ਦੁਆਰਾ ਦੇਸ਼ ਪਿਆਰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ। ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਰਾਈਟ, ਹੁਣ ਆਪਾਂ ਇਹਨੂੰ ਟ੍ਰਾਂਸਲੇਟ ਕਰਾਂਗੇ, ਨਾਲ ਨਾਲ ਗ੍ਰਾਮਰ ਦੇ ਰੂਲਸ ਵੀ ਸਮਝਾਂਗੇ, ਨਾਲ ਨਾਲ ਵੋਕੈਬ ਦੇ ਵਰਡਸ ਵੀ ਹੋ ਜਾਣਗੇ ਸਾਡੇ। ਚਲੋ ਕਰਦੇ ਆਂ ਦੀ ਟ੍ਰਾਂਸਲੇਸ਼ਨ ਸਟਾਰਟ। ਨੋਟਬੁੱਕ ਪੈਨ ਲੈ ਕੇ ਬੈਠੋਗੇ ਤੁਸੀਂ, ਨੋਟਬੁੱਕ ਪੈਨ ਲੈ ਕੇ ਬੈਠੋਗੇ। ਇਸੇ ਤਰੀਕੇ ਨਾਲ ਹੀ ਮੈਂ ਤੁਹਾਨੂੰ ਸਬਜੈਕਟਿਵ ਪੇਪਰ ਦੀ ਤੁਹਾਡੇ ਬੈਚ ਦੇ ਅੰਦਰ, ਪੇਡ ਕੋਰਸ ਦੇ ਅੰਦਰ ਇਸ ਤਰ੍ਹਾਂ ਹੀ ਕਲਾਸ ਲਗਾਇਆ ਕਰੂੰ, ਇਸ ਤਰ੍ਹਾਂ ਹੀ ਤੁਹਾਨੂੰ ਕੰਮ ਕਰਾਇਆ ਕਰੂੰ। ਰਾਈਟ, 2 ਕਲਾਸਿਸ ਮਿਲ ਜਾ ਕਰਨਗੀਆਂ, ਨਾਲ ਤੁਹਾਨੂੰ ਪ੍ਰੈਕਟਿਸ ਕੰਟੈਂਟ ਮਿਲੂਗਾ ਜਿੰਨਾ ਤੁਸੀਂ ਪ੍ਰੈਕਟਿਸ ਕਰੋਗੇ। ਓਕੇ, ਚਲੋ ਵੋਕੈਬ ਕਰਾਂਗੇ। ਵੋਕੈਬ ਨਾਲ ਹੀ ਸਾਰੀਆਂ ਚੀਜ਼ਾਂ ਸਟਰੋਂਗ ਹੋਣਗੀਆਂ। ਅੱਜ ਅਸੀਂ ਸਾਰੇ ਆਜ਼ਾਦ ਹਾਂ। ਅੱਜ, ਅੱਜ ਤੋਂ ਲਾਈਨ ਸ਼ੁਰੂ ਹੋਈ ਹੈ, ਦੈਟ ਮੀਨ ਕੀ ਲਾਵਾਂਗੇ ਟੂਡੇ। ਅਸੀਂ ਸਾਰੇ, ਵੀ ਆਲ ਆਰ। ਆਜ਼ਾਦ ਨੂੰ ਇੰਗਲਿਸ਼ ਵਿੱਚ ਕੀ ਬੋਲਿਆ ਜਾਂਦਾ? ਟੂਡੇ ਵੀ ਆਲ ਆਰ ਆਜ਼ਾਦ, ਫ੍ਰੀ। ਅੱਜ ਅਸੀਂ ਸਾਰੇ ਆਜ਼ਾਦ ਹਾਂ। ਟੂਡੇ ਵੀ ਆਲ ਆਰ ਫ੍ਰੀ, ਜਾਂ ਫਿਰ ਟੂਡੇ ਵੀ ਆਰ ਆਲ ਫ੍ਰੀ, ਸਾਰੇ ਸਾਰੇ ਅਸੀਂ ਆਜ਼ਾਦ ਹਾਂ। ਓਕੇ ਜੀ, ਚਲੋ ਕਲੀਅਰ, ਸਮਝ ਆ ਗਿਆ ਜੀ। ਚਲੋ, ਦੇਸ਼ ਪਿਆਰ ਸਾਰੀਆਂ ਜ਼ਰੂਰੀ ਚੀਜ਼ਾਂ ਵਿੱਚੋਂ ਪ੍ਰਮੁੱਖ ਹੈ। ਮਤਲਬ ਇੱਥੇ ਐਡਜੈਕਟਿਵ ਦੇ ਟੌਪਿਕ ਦਾ ਰੂਲ ਲੱਗਿਆ ਹੋਇਆ ਹੈ। ਐਡਜੈਕਟਿਵ ਮਤਲਬ ਵਿਸ਼ੇਸ਼ਣ। ਐਡਜੈਕਟਿਵ ਮਤਲਬ ਵਿਸ਼ੇਸ਼ਣ। ਜਦੋਂ ਅਸੀਂ ਇੱਕ ਚੀਜ਼ ਦਾ ਕੰਪੈਰੀਜ਼ਨ ਜ਼ਿਆਦਾ ਨਾਲ ਕਰਦੇ ਹਾਂ, ਜਦੋਂ ਅਸੀਂ ਇੱਕ ਚੀਜ਼ ਦਾ ਕੰਪੈਰੀਜ਼ਨ, ਜਦੋਂ ਇੱਕ ਦਾ ਕੰਪੈਰੀਜ਼ਨ ਜ਼ਿਆਦਾ ਨਾਲ ਹੁੰਦਾ ਹੈ ਤਾਂ ਡਿਗਰੀ ਕਿਹੜੀ ਯੂਜ਼ ਕਰਦੇ ਹਾਂ? ਤਾਂ ਕਿਹੜੀ ਡਿਗਰੀ ਲਗਾਉਂਦੇ ਹਾਂ? ਤਾਂ ਥਰਡ ਡਿਗਰੀ, यानी कि सुपरलेटिव डिग्री यूज ਹੁੰਦਾ ਹੈ। करिए जी, डिग्रियां कितनियां होंदियां ने? डिग्रियां होंदियां 3। ਕਿਹੜੀਆਂ ਕਿਹੜੀਆਂ? गुड, बेटर, बेस्ट। गुड, बेटर, बेस्ट, पहली डिग्री, दूजी डिग्री, तीजी डिग्री। क्लियर हो गया? डिग्री की होंदी है ਜਿਹੜਾ ਲੈਵਲ ਦੱਸਦੀ ਹੈ, ਕੋਈ ਚੀਜ਼ ਅੱਛਾ ਹੈ, ਕੋਈ ਚੀਜ਼ ਜ਼ਿਆਦਾ ਅੱਛਾ ਹੈ, ਕੋਈ ਚੀਜ਼ ਸਭ ਤੋਂ ਅੱਛਾ ਹੈ। ਠੀਕ ਹੈ, ਤੀਜੀ ਡਿਗਰੀ ਅਸੀਂ ਇੱਥੇ ਹੁਣ ਯੂਜ਼ ਕਰਨੀ ਹੈ। ਕਲੀਅਰ, ਚਲੋ। ਦੇਸ਼ ਪਿਆਰ ਸਾਰੀਆਂ ਜ਼ਰੂਰੀ ਚੀਜ਼ਾਂ ਵਿੱਚੋਂ ਪ੍ਰਮੁੱਖ ਹੈ। ਬੋਲੋ ਜੀ, ਦੇਸ਼ ਪਿਆਰ कंट्रीज लव कह लो, या फिर लव ऑफ कंट्री, लव ऑफ कंट्री या लव फॉर कंट्री। बोलो जी। नेक्स्ट ਅਸੀਂ अगर करांगे is the most important, is the most important। ਕਿਹੜੀ डिग्री लगाई ਆਪਾਂ जी? दसो जी, ਕਿਹੜੀ डिग्री लगाती? इंपॉर्टेंट, मोर इंपॉर्टेंट एंड मोस्ट इंपॉर्टेंट। ਕਿਹੜੀ डिग्री लगाती ਆਪਾਂ? थर्ड डिग्री। थर्ड डिग्री ਦੇ ਨਾਲ ਹਮੇਸ਼ਾ the ਆਰਟੀਕਲ ਲੱਗੂਗਾ ਹੀ ਲੱਗੂਗਾ। the best, the most beautiful, the most important, right? so ਕੀ ਕਰਾਂਗੇ ਅਸੀਂ? love of country is the most important ਕਿੰਦੇ ਨਾਲੋਂ? ਸਾਰੀਆਂ ਜ਼ਰੂਰੀ ਚੀਜ਼ਾਂ ਵਿੱਚੋਂ। ਹੁਣ ਇੱਕ ਚੀਜ਼ ਦਾ ਕੰਪੈਰੀਜ਼ਨ, ਇੱਕ ਚੀਜ਼ ਦਾ ਕੰਪੈਰੀਜ਼ਨ ਆਪਾਂ ਜ਼ਿਆਦਾ ਨਾਲ ਕਰਤਾ, ਮਤਲਬ is the most important is the most important
ऑफ ऑल सारिया जरूरिया चीजा विचों प्रमुख है। लव ऑफ कंट्री इज द मोस्ट इंपॉर्टेंट ऑफ ऑल द इंपॉर्टेंट थिंग्स, मतलब सारिया जरूरी चीजा विचों देश प्यार सब तो ज्यादा इंपॉर्टेंट है। एक दा कंपैरिजन आपां ज्यादा दे नाल करता ते आपां किहड़ी डिग्री लाती, थर्ड डिग्री लाती ते थर्ड डिग्री दे नाल हमेशा द आर्टिकल लगूगा ही लगूगा। जदों तक ग्रामर दे रूल्स नहीं आएंगे उदों तक ये सैक्शन ते होल्ड बनाना बहुत औखा है। सो बेस भी अपना नाल नाल स्ट्रॉन्ग करो। चलो नेक्स्ट क्वेश्चन ते चलते हैं। नेक्स्ट सेंटेंस, जे ਅਸੀਂ ਸਹੀ ਅਰਥਾਂ ਵਿੱਚ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਕਿਹੜਾ ਟੈਂਸ ਲੱਗਿਆ ਹੋਇਆ ਹੈ? ਇੱਥੇ ਲੱਗਿਆ ਹੋਇਆ ਹੈ ਪ੍ਰੈਜ਼ੈਂਟ ਸਿੰਪਲ ਟੈਂਸ। ਪ੍ਰੈਜ਼ੈਂਟ ਸਿੰਪਲ ਟੈਂਸ ਕਿਹੜਾ ਟੈਂਸ? ਪਹਿਲਾ ਟੈਂਸ ਕਿਹੜਾ? ਪ੍ਰੈਜ਼ੈਂਟ ਇੰਡੈਫੀਨਿਟ ਜਾਂ ਪ੍ਰੈਜ਼ੈਂਟ ਸਿੰਪਲ? ਪਹਿਲਾ ਟੈਂਸ ਪਹਿਲੀ ਵਰਬ ਕੀ ਲਾਣੀ ਪੈਂਦੀ ਹੈ ਇਹਦੇ ਚ ਆਪਾਂ ਨੂੰ? ਫਸਟ ਵਰਬ। ਪਹਿਲਾ ਟੈਂਸ ਪਹਿਲੀ ਵਰਬ ਕਿਹੜਾ ਟੈਂਸ? ਪ੍ਰੈਜ਼ੈਂਟ ਸਿੰਪਲ ਟੈਂਸ। ਜੇ ਅਸੀਂ ਸਹੀ ਅਰਥਾਂ ਵਿੱਚ ਦੇਸ਼ ਦੀ ਤਰੱਕੀ ਚਾਹੁੰਦੇ ਹਾਂ, ਕਰੋ ਸੋਲਵ। ਚਲੋ ਜੇ ਇਫ ਅਸੀਂ ਇਫ ਵੀ ਕੀ ਚਾਹੁੰਦੇ ਹਾਂ? ਇਫ ਵੀ ਵਾਂਟ, ਇਫ ਵੀ ਵਾਂਟ ਅਸੀਂ ਕੀ ਚਾਹੁੰਦੇ ਹਾਂ? ਅਸੀਂ ਤਰੱਕੀ ਚਾਹੁੰਦੇ ਹਾਂ। ਤਰੱਕੀ ਨੂੰ ਕੀ ਬੋਲਿਆ ਜਾਂਦਾ ਹੈ? ਪ੍ਰੋਗਰੈਸ ਬੋਲਿਆ ਜਾਂਦਾ ਹੈ। ਇਫ ਵੀ ਵਾਂਟ ਦ ਪ੍ਰੋਗਰੈਸ, ਅਗਰ ਅਸੀਂ ਜੇ ਅਸੀਂ ਸਹੀ ਅਰਥਾਂ ਵਿੱਚ ਕਿਸ ਦੀ ਤਰੱਕੀ? ਦੇਸ਼ ਦੀ ਤਰੱਕੀ। ਇਫ ਵੀ ਵਾਂਟ ਦ ਪ੍ਰੋਗਰੈਸ ਆਫ ਆਰ ਕੰਟਰੀ ਇਨ ਸਹੀ ਅਰਥਾਂ ਵਿੱਚ, ਮਤਲਬ ਇਨ ਟਰੂ ਸੈਂਸ, ਮਤਲਬ ਸਹੀ ਮਤਲਬ ਚ ਸਹੀ ਅਰਥਾਂ ਵਿੱਚ ਅਸੀਂ ਜੇ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਹਰ ਸਮੇਂ ਇਸ ਦੀ ਰੱਖਿਆ ਲਈ ਤਿਆਰ ਰਹਿਣ ਦੀ ਲੋੜ ਹੈ। ਕਰੋ ਜੀ ਇਸ ਸੈਕਸ਼ਨ ਨੂੰ ਹੁਣ ਕਿਵੇਂ ਸੋਲਵ ਕਰੋਗੇ? ਤਾਂ ਸਾਨੂੰ ओके ताली की लावांगे देन, कंजंक्शन है जोड़ांगे, देन वी ता सानू हर समय, देन वी नीड लोड़ है, देन वी नीड टू, लो जी हुण बनाओ, ता सानू देन वी नीड टू की करन दी? नीड टू बी रेडी, नीड टू बी रेडी फॉर द protection, for its protection all time, या फिर एवरी टाइम लिख लो, हर एक टाइम एवरी टाइम लिख लो, वो भी पॉसिबल है। होर भी तरीके नाल बना सकते हैं इनू, ठीक है, बट मैनू लग रहा है भी जिद्दां बना रहे हैं ठीक है, होर तरीके नाल भी तुसीं बना सकते हो तो ठीक है। ठीक है जी, चलो रिपीट करते हैं। इफ वी वांट द प्रोग्रेस ऑफ आवर कंट्री, जे ਅਸੀਂ ਆਪਣੇ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਸਹੀ ਅਰਥਾਂ ਵਿੱਚ, then we need ਤਾਂ ਸਾਨੂੰ ਹਰ ਸਮੇਂ then ਵੀ ਕੀ ਕਰਨ ਦੀ ਜ਼ਰੂਰਤ ਹੈ? ਲੋੜ ਹੈ। then we need to be ready for the protection, for its protection, its में किंदे वास्ते लगाया? कंट्री वास्ते, कंट्री वास्ते its protection all times, all times हर टाइम क्लियर? ओके है जी, चलिए नेक्स्ट। सानू अपने देश नाल सच्चा प्यार करना चाहिदा है। जदों असी गल करते हाँ भी सानू कुछ करना चाहिए, सानू पढ़ना चाहिए है, सानू जल्दी उठना चाहिए है, सानू बहुत मेहनत करना चाहिए है, क्लियर? तो बई उदों असी केड़ा मॉडल यूज करते हाँ? केड़ा मॉडल यूज करते हाँ? शुड मॉडल यूज, ते शुड दे नाल हमेशा केड़ी वर्ब? पहली वर्ब। क्यों? मॉडल्स दे नाल हमेशा पहली वर्ब लगती है। मॉडल्स किहड़े हुंदे ने?
कैन, कुड, मे, माइट, शैल, शुड, वुड, ये सारे हुंदे साडे मोडैल्स, राइट। सो जदों सानू लगदा है भी कोई काम तुहानू पढ़ना चाहिदा है, यू शुड स्टडी, ठीक है, जल्दी उठना चाहिए, यू शुड वेक अप अर्ली इन द मॉर्निंग, राइट। तो मतलब जो आप किसी सुजैशन दिन्ने आ ओदा आपां की करना चाहते हैं, शुड लगाने, ठीक है। चलो, सानू अपने देश नाल सच्चा प्यार करना चाहिए है, वी शुड ट्रूली लव आवर कंट्री, क्लियर। वी शुड ट्रूली, सच्चा लव, सच्चे तरीके नाल सानू प्यार करना चाहिए साडे कंट्री नू, वी शुड ट्रूली लव आवर कंट्री। सिपाहियां अंदर तां देश प्यार दा जोश वक्री किस्म दा हुंदा है। हुण असी सेंटेंस कित्थों शुरू करांगे, सिपाहियां तो शुरू करांगे, नहीं जी, गल किस चीज की हो रही है, सिपाहियां अंदर नहीं, किस दी गल हो रही है, जोश वक्री किस्म दा हुंदा है। हुण तुहानू थोड़ा जिहा हो सकदा है सेंटेंस इत्थे कॉम्प्लिकेट लगे, तुहानू बनाउण च दिक्कत आए, बोलो जी। देखो, ਜਦੋਂ ਤੁਹਾਨੂੰ ਕੋਈ ਸਮਝ ਨਾ ਆ ਰਿਹਾ ਹੋਵੇ ਮੈਂ ਸਿਪਾਹੀਆਂ ਤੋਂ ਲਾਈਨ ਸ਼ੁਰੂ ਕਰਾਂ, ਮੈਂ ਕਿੱਥੋਂ ਸ਼ੁਰੂ ਕਰਾਂ, ਮੈਂ ਜੋਸ਼ ਤੋਂ ਲਾਈਨ ਕਿਵੇਂ ਸ਼ੁਰੂ ਕਰਾਂ, ਜਦੋਂ ਤੁਸੀਂ ਕਿਸੇ ਲਿਵਿੰਗ ਨॉन ਲਿਵਿੰਗ ਦੀ ਜਾਂ ਸਿਚੁਏਸ਼ਨ ਦੀ इंट्रोडक्शन देना चाहते हो ਤਾਂ ਅਸੀਂ ਉਸ ਲਈ ਕਿਹੜਾ ਵਰਡ ਯੂਜ਼ ਕਰ ਸਕਦੇ ਹਾਂ, देयर। देयर ਤੋਂ ਲਾਈਨ ਸ਼ੁਰੂ ਕਰਕੇ ਬਣਾਓ, ਬਹੁਤ ਵਧੀਆ ਲਾਈਨ ਬਣ ਜਾਏ, ਠੀਕ ਹੈ। ਸਿਪਾਹੀਆਂ ਅੰਦਰ ਤਾਂ ਦੇਸ਼ ਪਿਆਰ ਦਾ ਜੋਸ਼ ਵੱਖਰੀ ਕਿਸਮ ਦਾ ਹੁੰਦਾ ਹੈ, देयर is a different, ਇਹ ਜਿਹੜਾ ਸਿਪਾਹੀਆਂ ਅੰਦਰ ਹੈ ਨਾ ਇਹ ਐਂਡ ਤੇ ਚਲਾ ਜਾਓ, क्लियर। सब्जेक्ट कहता है जोश वक्री किस्म का होता है, देयर इज अ डिफरेंट काइंड ऑफ पैशन फॉर द कंट्री, देयर इज अ डिफरेंट काइंड ऑफ पैशन फॉर देयर फॉर द कंट्री, ਹੁਣ ਇੱਥੇ ਸਿਪਾਹੀਆਂ ਵਿੱਚ ਜ਼ਿਆਦਾ ਸਿਪਾਹੀਆਂ ਦੀ ਗੱਲ ਹੋ ਰਹੀ ਹੈ, ਇੱਕ ਤੋਂ ਜ਼ਿਆਦਾ, ਦੋ ਤੋਂ ਜ਼ਿਆਦਾ ਦੀ ਗੱਲ ਹੋ ਰਹੀ ਹੈ, ਤਾਂ ਆਪਾਂ ਕੀ ਲਗਾਵਾਂਗੇ, among the soldiers, among the soldiers, right। among ਕਦੋਂ ਲਾਣੇ ਹਾਂ, ਜਦੋਂ ਅਸੀਂ ਜ਼ਿਆਦਾ ਦੀ ਗੱਲ ਕਰ ਰਹੇ, ਜਦੋਂ ਅਸੀਂ ਜ਼ਿਆਦਾ ਦੀ ਗੱਲ ਕਰ ਰਹੇ ਹਾਂ, क्लियर। अगर मैं बोला गो एंड सिट among your friends, तो मतलब ज्यादा फ्रेंड्स है उन्हें जाके बैठ जाओ, ठीक है जी। चलिए अगले नेक्स्ट वन, विदेशा विच भी अध्यापकों द्वारा देश प्यार स्कूलों विच सिखाया जाता है, करो जी, किस तो शुरू करोगे, की सिखाया जाता है, की सिखाया जाता है, देश प्यार। देश प्यार नू इंग्लिश विच की बोलते ने, सिखाया जाता है, किसदे द्वारा, अध्यापकों द्वारा, मतलब सेंटेंस साडा पैसिव है, पैसिव है। ਜਦੋਂ कोई काम किसी दे द्वारा हुंदा है ਤਾਂ बई सेंटेंस साडा पैसिव बन जाता है। आई प्ले अ मैच, मैं मैच खेलदा हां, अ मैच इज प्लेड बाय मी, मैच खेडिया जाता है मेरे द्वारा। आई प्ले अ मैच, मैं मैच खेडदा हां, अ मैच इज प्लेड बाय मी, मैच मेरे द्वारा खेडिया जाता है, पैसिव हो गया। चलो बनाने फिर, पैट्रियटिज्म की किया जाता है, इज टॉट, सिखाया जाता है, पैट्रियटिज्म इज टॉट किथे सिखाया जाता है, इन फॉरेन स्कूल्स, क्लियर। विदेशा विच भी पैट्रियटिज्म इज टॉट इन फॉरेन स्कूल्स एज वेल बाय द टीचर्स। हुण मैं एज वेल क्यों लगाया बई, एज वेल का मतलब हुंदा है जदों मैं सेंटेंस दे एंड ते एज वेल करता उनका मतलब भी, स्कूलों विच भी, क्लियर, फॉरेन स्कूलों विच भी सिखाया जाता है, किंदे द्वारा, बाय द टीचर्स, टीचर्स द्वारा।
ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਕਰੋ, ਆਪਣੇ ਆਪ ਟਰਾਈ ਕਰੋ, ਬਹੁਤ ਵਧੀਆ ਸੈਂਟੈਂਸ ਬਣਾ ਸਕਦੇ ਹੋ। ਗੱਲ ਕਿਸ ਦੀ ਹੋ ਰਹੀ ਹੈ? ਭਾਰਤ ਦੇ ਇਤਿਹਾਸ ਦੀ। ਕਰੋ। ਗੱਲ किसकी हो रही है? भारत के इतिहास की, मतलब द हिस्ट्री ऑफ इंडिया। द हिस्ट्री ऑफ इंडिया किस दी हिस्ट्री? इंडिया दी हिस्ट्री किस नाल फुल है? बोलो जी। इज फुल ऑफ। फुल दे नाल केड़ी प्रपोजिशन लगदी है? ऑफ प्रपोजिशन। ਜਦੋਂ ਅਸੀਂ ਕਹਿਣਾ ਚਾਹੁੰਦੇ ਹਾਂ ਭਰਿਆ ਹੋਇਆ ਹੈ, ਮੈਂ ਕਹਾਂ ਇੱਕ ਗਲਾਸ ਪਾਣੀ ਦਾ ਭਰਿਆ ਹੋਇਆ ਹੈ, ਦਿਸ ਗਲਾਸ ਇਜ਼ ਫੁੱਲ ਆਫ ਵਾਟਰ। ਇਹ ਗਲਾਸ ਪਾਣੀ ਦਾ ਭਰਿਆ ਹੋਇਆ ਹੈ, ਫੁੱਲ ਆਫ ਬੋਲਦੇ ਆ ਹਮੇਸ਼ਾ। ਹੁਣ ਤੁਸੀਂ ਦੇਖੋ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ, ਕੁਰਬਾਨੀਆਂ ਨੂੰ ਇੰਗਲਿਸ਼ ਕੀ ਕਹਿੰਦੇ ਆ? ਇਜ਼ ਫੁੱਲ ਆਫ ਸੈਕਰੀਫਾਈਸਿਸ। ਕੁਰਬਾਨੀ ਮਤਲਬ ਸੈਕਰੀਫਾइस, is full of sacrifices। किंदे sacrifices? देश भगतां दियां कुर्बानियां। ठीक है जी। sacrifices किंदे? of patriotism मतलब हुंदा है देश भगती। देश भगती की हुंदा है? patriotism। देश भगत कौन हुंदे? patriots। क्लियर? ठीक है जी। of patriots ये हो गया देश भगत, आ हो गया देश भगती। राइट, चलिए अगले सेंटेंस से। चलो। जेकर साडा देश खुशहाल है ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ। ਖੁਸ਼ਹਾਲ ਨੂੰ ਇੰਗਲਿਸ਼ ਵਿੱਚ ਕੀ ਬੋਲਿਆ ਜਾਂਦਾ ਹੈ? ਹੁਣ ਸਾਨੂੰ ਇਸ ਵਰਡ ਦੀ मीनिंग पता बहुत जरूरी है, वोकैब आनी बहुत जरूरी है, बहुत ज्यादा जरूरी है। ग्रामर के रूल्स प्लस वोकैब दोनों कर लो, बहुत ਵਧੀਆ स्कोर कर जाओगे। दोनों ਦੇ ਕੰਮ करना शुरू कर दो बिना टाइम वेस्ट किए, बिना टाइम वेस्ट किए। चलो, खुशहाल। जेकर साडा देश, इफ आर कंट्री इज प्रॉस्पेरस। प्रॉस्पेरस का मतलब होता है खुशहाल होना। प्रॉस्पेरिटी खुशहाली। क्लियर? प्रॉस्पेरिटी मतलब खुशहाली, उतो बन गया प्रॉस्पेरस। जेकर साडा देश खुशहाल है, इफ आर कंट्री इज ਪ੍ਰੋਸਪੈਰਸ, ਅੱਗੋਂ ਜੀ ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ। ਕਰੋ। ਤਾਂ ਮਤਲਬ then we are also ਕੀ ਹੁੰਨੇ ਆ? ਅਸੀਂ ਵੀ ਕੀ ਹੁੰਨੇ ਹਾਂ? ਪ੍ਰੋਸਪੈਰਸ ਹੁੰਦੇ ਹਾਂ। ਪ੍ਰੋਸਪੈਰਸ, ਪ੍ਰੋਸਪੈਰਸ मतलब हेल्दी वेल्दी रिच ओपुलेंट। रिच बोल दो, ओपुलेंट बोल दो इसनू। क्लियर? हेल्दी वेल्दी बोल दो इसनू। ठीक है जी। क्लियर? चलो ओके, इथों तक रिपोर्ट। हुण जी सारे पैसेज दोबारा पढ़ोगे, सारे पैसेज नू रीडिंग करोगे ते नाल बई इहदी आंसर की भी तुहानू प्रोवाइड करवाई जाएगी। क्लियर? सो दैट इत्थों भी तुसी रीडिंग कर सकते हो। इत्थे जिस तरीके नाल बना रखा है, तुसी अपना सॉल्व करोगे, सोल्यूशन करोगे, मैं सॉल्व करवाऊंगी, तुहानू नाल नाल करोगे। ऐदां दे बहुत सारे पैराग्राफ सॉल्व करवाया करूं, तुहानू नाल नाल इन्हां दे आंसर की मिल जाया करूगी ते प्रैक्टिस करन तुहानू होर कंटेंट उदां दा जिहड़ा कि इस एग्जाम विच पुछया ही जांदा। राइट? सो इस तरीके नाल असीं इस नू चलावांगे ताकि असीं बहुत वधिया स्कोर कर पाइए। ते बई आ वाला होमवर्क दा तुहाडा पैराग्राफ है, इनू तुसी इंग्लिश टू पंजाबी ट्रांसलेट करना है। ट्रांसलेट इट इनटू पंजाबी। इसनू पंजाबी च ट्रांसलेट करांगे आपां। क्यों बई जे पंजाबी टू इंग्लिश सीखनी है ਤਾਂ इंग्लिश टू पंजाबी सीख के भी बहुत वधिया होल्ड बना सकते हैं ਅਸੀਂ इंग्लिश ਤੇ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਨਾ, ਤੁਹਾਨੂੰ ਪਤਾ ਚੱਲ ਜੂਗਾ ਇੱਥੇ ਕਿਹੜਾ ਨਵਾਂ ਵਰਡ ਤਾਂ ਹੋਇਆ ਜੀ, ਕਿਹੜੀ ਪ੍ਰੈਪੋਜੀਸ਼ਨ ਲਾਈ ਹੋਈ ਹੈ ਜੀ, ਕਿਹੜਾ ਟੈਂਸ ਯੂਜ਼ ਕੀਤਾ ਹੋਇਆ ਜੀ। ਤੁਹਾਨੂੰ ਇਹਨਾਂ ਚੀਜ਼ਾਂ ਨਾਲ ਇੰਗਲਿਸ਼ ਦੀ ਹੋਰ ਨੌਲੇਜ ਹੋਣੀ ਸ਼ੁਰੂ ਕਰੋ।
क्लीयर। नैक्सट क्लास मैं इनू एक्सप्लेन करूँ पहला तो इनके नाल तुहानू रूल दसूं भी किहड़े किहड़े रूल लगे हुए हैं। हुण एक रूल चंगी तरह सुन के जाओ ध्यान नाल सारे सारे। जिहड़ा वर्ड है ना कंपैरेटिवली, कंपैरेटिवली का मतलब की हुंदा कंपैरिजन करना। इनके बाद हमेशा ऑब्जेक्टिव दी पहली डिग्री आती है, चाहे दो का कंपैरिजन हो रहा कुछ भी हो रहा है, कंपैरेटिवली तो बाद हमेशा पहली डिग्री। ज्यादातर पेपर च जो मिसटेक दिंदे है एमसीक्यूज दी ऑब्जेक्टिव दी, वो की करते हैं इनके बाद इत्थे सैकेंड डिग्री दे दिंदे हैं, कोल्डर दे देंगे या कोल्डेस्ट दे देंगे, कोल्ड कोल्डर कोल्डेस्ट। बट इस वर्ड तो बाद हमेशा डिग्री फर्स्ट आऊगी। ਏਦਾਂ ਦੇ रूल्स ਤੇ होल्ड बना लो, ਤੁਹਾਡੇ ਜਿਹੜੇ एमसीक्यूज ਹੋਣਗੇ ऑब्जेक्टिव पेपर ਦੇ क्वेश्चन भी सॉल्व होने शुरू हो जाएंगे, राइट। सो ਬਈ ਸਟਾਰਟ ਕਰ ਲਓ ਅੱਜ ਤੋਂ ਬਿਨਾਂ ਦੇਰੀ ਕੀਤੇ ਇਸ ਬੈਚ ਚ ਬੈਸਟ ਕੰਟੈਂਟ ਪੂਰੇ ਪੰਜਾਬ ਚ ਆਪਾਂ ਇਸ ਚੀਜ਼ ਦਾ ਦਾਵਾ ਕਰ ਰੱਖਿਆ ਹੈ। ਬੈਸਟ ਕੰਟੈਂਟ ਦੇਉ पेपर च बैठ के डायरैक्ट क्वेश्चंस ਤੁਹਾਨੂੰ ਮਿਲ ਜਾਣਗੇ ਸੋਲਵ ਕਰਨ ਨੂੰ। ਕਲੀਅਰ। ਕਿਸੇ ਵੀ ਪੇਪਰ ਲਈ ਕਲੀਅਰ ਕਰ ਰਹੇ ਹੋ ਨਾ PPPLS-B ਐਕਸਰਸਾਈਜ਼ ਲਈ ਵੀ, ਉਹਦੇ ਲਈ ਵੀ ਸਾਰਾ ਵਿੱਚ ਗ੍ਰਾਮਰ ਦਾ ਸਾਰਾ ਸੈਕਸ਼ਨ ਕਵਰ ਹੋ ਜਾਊਗਾ ਇਹਦੇ ਵਿੱਚ। ਵੀ ਇਹ ਨਹੀਂ ਵੀ ਉਹਦੇ ਲਈ ਅੱਡ ਸੋਚਣ ਦੀ ਜ਼ਰੂਰਤ ਹੈ, ਨਹੀਂ। ਆ ਸਾਰੀ ਗ੍ਰਾਮਰ ਉਹੀ ਹੈ, ਉੱਥੇ ਬਸ 15 ਨੰਬਰ ਦੀ ਆਣੀ ਹੈ, ਇੱਥੇ 20 ਨੰਬਰ ਦੀ ਆਣੀ, ਗ੍ਰਾਮਰ ਉਹੀ ਹੈ। ਮਤਲਬ ਇਹਦੇ ਵਿੱਚ ਤੁਹਾਡਾ ਉਹ ਵਾਲੇ ਪੇਪਰ ਦਾ ਮਸਲਾ ਵੀ ਹੱਲ ਹੋ ਜੂ। ਬਹੁਤ ਸਾਰੇ ਪ੍ਰੈਕਟਿਸ ਸ਼ੀਟਸ MCQ ਸਾਰਾ ਕੁਝ ਹੀ ਤੁਹਾਨੂੰ ਇਸ ਚ ਪ੍ਰੋਵਾਈਡ ਕਰਵਾਇਆ ਜਾਏਗਾ ਕੰਪਲੀਟਲੀ। ਬਈ एप्लीकेशन डाउनलोड कर लो प्ले स्टोर तो सोनिया अरोड़ा, कॉन्टेक्ट नंबर सेव कर लो सोनिया अरोड़ा मैम। डाउटफुल हो कोई डिस्कशन करना है इस नंबर पे व्हाट्सएप कर लो, कॉल कर। क्लियर। मिलते हैं चलो साडी इवनिंग दी क्लास जेडी की होएगी 6:30 बजे। 6:30 बजे साडी क्लास लाइव होएगी यूट्यूब ते, ठीक है। जिस आपां करांगे कुछ इंपॉर्टेंट रूल्स कवर करांगे, ऑब्जेक्टिव पेपर थोड़े सब्जेक्टिव दे भी कुछ क्वेश्चन सॉल्व करांगे। मिलते हैं शाम की क्लास 6:30। राइट, चैनल को सब्सक्राइब कर लो, लाइक का बटन प्रेस कर दो। सी यू इन द इवनिंग, बाय बाय गाइस, टेक केयर।